रोटावेटर है, जिदा पलाओ आ, मल्चर आ, साडे कोल लेजर लैवल आ, हैप्पी सीडर आ, होर समान साडे कोल सारे उपलब्ध आ। असीं बाहर दे मान लो जिदा भी प्राइवेट जिहड़े आ साडे कोल, उहनां नाल असीं बहुत ही घੱਟ खर्चे ते ये दे रहे हैं। पिछले साल 2500-2600 सी, इस बार साडा रेट बहुत लोड के मुताबिक कह लीए भी 1800 रुपया है। बस SMS फराओ तो सीधा तुसीं मगरे आपां पराली का जिहड़ा भी सीधी कणक की बिजाई आपां करिए। ਆਪਾਂ ਝਾੜ ਵੱਲ ਨਾ ਜਾਈਏ ਵੀ ਜਿੰਨਾ ਹੁਣ ਆਪਾਂ ਖਰਚਾ ਆਪਾਂ ਘਟਾ ਲਈਏ ਨਾ, ਉਹੀ ਆਪਾਂ ਨੂੰ ਫਾਇਦਾ ਆ। ਝਾੜ ਮੌਸਮ ਤੇ ਡਿਪੈਂਡ ਹੈ ਆਪਣਾ, ਵੀ ਝਾੜ ਵਧਾਉਣ ਪਿੱਛੇ ਆਪਾਂ ਸਾਰੇ ਹੋਏ ਆ। ਆਪਾਂ ਨੂੰ ਖਰਚਾ ਜੇ ਆਪਾਂ 6-7 ਹਜ਼ਾਰ ਰੁਪਇਆ ਖਰਚਾ ਹੀ ਘਟਾ ਲਿਆ ਤੇ ਸਮਝ ਲਓ 2-3 ਕੁਇੰਟਲ ਆਪਣਾ ਝਾੜ ਵੱਧ ਗਿਆ। ਤੇ 2010 ਦੇ ਵਿੱਚ ਸਾਡੇ ਕੋਲ ਐਗਰੋ ਸਰਵਿਸ ਸੈਂਟਰ ਹੋਇਆ ਸੀ। ਉਹਦੇ ਵਿੱਚ ਅਸੀਂ ਪ੍ਰੋਪਰ ਪਹਿਲੋਂ ਅਸੀਂ ਬੁੱਕ ਕਰੀਦਾ ਆ ਕਿਸਾਨ ਦਾ, ਵੀ ਕਦੋਂ ਤੇ ਅਸੀਂ 1 ਜਾਂ 2 ਦਿਨ ਪਹਿਲਾਂ ਉਹ ਬੁਕਿੰਗ ਕਰਾਉਂਦਾ ਵੀ ਮੇਰੇ ਪਰਸੋਂ ਕੰਪੈਨ ਲੱਗਣੀ ਜਾਂ ਇੰਨੀ ਤਰੀਕ ਨੂੰ ਲੱਗਣੀ, ਪਰ ਅੰਦਾਜ਼ਾ ਹੁੰਦਾ ਹੀ ਆ। ਉਹਦੇ ਨਾਲ ਫਿਰ ਅਸੀਂ ਪੂਰਾ ਬੁਕਿੰਗ ਕਰਕੇ ਉਹਦਾ ਘੱਟ ਰੇਟ ਦਾ ਜੋ ਵੀ ਆ ਲੌਂਗ ਵਕਤ ਤੇ ਬਾਅਦ 'ਚ ਚਾੜੀਦਾ ਆ, ਤੇ ਪੂਰਾ ਉਹਦੇ ਪ੍ਰੋਪਰ ਤਰੀਕੇ ਨਾਲ ਚਾਹੀਦਾ। ਇਹ ਨਹੀਂ ਵੀ ਉਹਨੂੰ ਖਰਾਬ ਕਰੀਦਾ ਵੀ ਆਹ ਨਹੀਂ ਹੁੰਦਾ, ਆਹ ਨਹੀਂ ਹੁੰਦਾ, ਪੂਰਾ ਮੌਕੇ 'ਤੇ ਉਹਨੂੰ ਆਪਾਂ ਮੁਹੱਈਆ ਚੀਜ਼ ਕਰਾਈ ਦੀ। ਖੜੀ ਦੇ ਤੌਰ ਤੇ ਹੁਣ ਦੇਖ ਲਈਏ ਅੱਜ ਦੀ ਜਿਹੜੀ ਮੇਜਰ ਪ੍ਰੋਬਲਮ ਹੈ ਵੀ ਅੱਗ ਲਾਉਣੀ ਆ। ਸਾਡੇ 4 ਪਿੰਡਾਂ ਦਾ ਆਪਾਂ ਲੈ ਲਈਏ, ਸਾਡੇ ਅੱਗ ਦੇ ਬਹੁਤ ਘੱਟ ਚਾਂਸ ਹੈ। ਮੈਂ 99% ਕਹਿੰਦਾ ਵੀ ਸਾਡੇ ਅੱਗ ਨਹੀਂ ਲੱਗੀ। ਪਿੰਡਾਂ ਦੇ ਵਿੱਚ ਸੰਦ ਕਿਸਾਨਾਂ ਕੋਲ ਘੱਟ ਨੇ। ਜੇ ਤੁਹਾਡੀ ਇਹ ਕਾਮਯਾਬ ਹੋਈ ਹੈ ਸੁਸਾਇਟੀ ਤੇ ਸੰਦ ਘੱਟ ਕਰਕੇ ਹੋਈ ਹੈ। ਜਿੱਦਾਂ ਉਹਨਾਂ ਕੋਲ ਘੱਟ ਆ, ਵੱਡਿਆਂ ਕੋਲ ਹੈਗੇ, ਛੋਟੇ ਕੋਲ ਫਿਰ ਟਰੈਕਟਰ ਲਊਗਾ ਵੱਡਾ, ਇਹ ਖਿੱਚੂਗਾ, ਉਹਦਾ ਖਿੱਚ ਨਹੀਂ ਹੋਣਾ, ਫਿਰ ਇੰਨਾ ਕਰਦਾ ਸਰ ਹੋਊਗਾ ਉਹਨੂੰ ਵੀ ਵਧੀਆ। ਤਾਂ ਪਰਾਲੀ ਸਾਂਭਣ ਨੂੰ ਤੁਹਾਡੇ ਕੋਲ ਕਿਹੜਾ ਸੰਦ ਵਧੀਆ ਆ? ਜੇ ਕਿਸਾਨ ਚਾਹਵੇ ਇਹਨਾਂ ਏਰੀਆ ਦੇ ਵਿੱਚ ਲੈ ਕੇ ਜਾਣਾ ਤੇ ਸਭ ਤੋਂ ਵਧੀਆ ਸੰਦ ਕਿਹੜਾ ਰੱਖਿਆ? ਸਾਡੇ ਕੋਲ ਮੰਗ ਸੀਗੀ ਸੁਪਰ ਸੀਡਰ ਦੀ, ਤੇ ਇਹ ਅਸੀਂ ਫਿਰ ਸੁਪਰ ਸੀਡਰ ਦਾ ਐਤਕੀ ਜ਼ਿਆਦਾ ਸੀਗਾ ਵੀ ਸੁਪਰ ਸੀਡਰ ਨਾਲ ਸਭ ਤੋਂ ਜ਼ਿਆਦਾ ਸੌਖਾ ਤਰੀਕਾ ਪਰਾਲੀ ਨੂੰ। ਬਾਕੀ ਪਰਾਲੀ ਨੂੰ ਅੱਗ ਲਾਉਣੀ ਕੋਈ ਹਰ ਕੋਈ ਇਹ ਚਾਹੁੰਦਾ ਆ ਵੀ ਅਸੀਂ ਪਰਾਲੀ ਨੂੰ ਅੱਗ ਨਾ ਲਾਈਏ, ਪਰ ਮਜਬੂਰੀ ਬਸ ਲਾਉਂਦੇ ਸੀ, ਸਾਧਨ ਨਹੀਂ ਸੀਗੇ। ਹੁਣ ਅਸੀਂ ਹੌਲੀ ਹੌਲੀ ਇਹ ਸਾਧਨ ਪੈਦਾ ਹੋ ਗਏ ਆ। ਕਿ ਜਿਵੇਂ ਅਸੀਂ ਇੱਕ ਕਾਮਯਾਬ ਸੁਸਾਇਟੀ ਦੇ ਵਿੱਚ ਖੜੇ ਹਾਂ, ਪੰਜਾਬ ਦੇ ਵਿੱਚ ਪਿੰਡਾਂ 'ਚ ਹਰ ਥਾਂ ਕਿਉਂ ਨਹੀਂ ਕਾਮਯਾਬ ਹੋ ਰਹੀਆਂ ਸੁਸਾਇਟੀ? ਅਗਰ ਪ੍ਰਬੰਧਕ ਚੰਗੇ ਹੋਣਗੇ ਤੇ ਉਹ ਸੁਸਾਇਟੀ ਜਿਹੜੀ ਕਾਮਯਾਬ ਹੋਵੇਗੀ। ਸੋ ਇਹ ਲੋਕਾਂ ਦੀ ਆਪਣੀ ਸੁਸਾਇਟੀ ਹੈ, ਇਹ ਕੋਈ ਸਰਕਾਰ ਦੀ ਸੁਸਾਇਟੀ ਨਹੀਂ ਹੈਗੀ। ਤੇ ਪ੍ਰਬੰਧ ਵੀ ਜਿਹੜਾ ਲੋਕਾਂ ਦਾ ਆਪਣਾ, ਤੇ ਜੇ ਇਸ ਤਰ੍ਹਾਂ ਦੀ ਸੁਸਾਇਟੀ ਜਿਵੇਂ ਅੱਜ ਅਸੀਂ ਨੂਸੇ ਖੜੇ ਹਾਂ, ਤੇ ਜੇ ਇਹ ਵਧੀਆ ਬਹੁਤ ਵਧੀਆ ਕੰਮ ਕਰ ਸਕਦੀ ਹੈ ਤੇ ਬਾਕੀ ਕਿਉਂ ਨਹੀਂ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸੁਸਾਇਟੀਜ਼ ਹੈਗੀਆਂ ਜਿਹੜੀਆਂ ਬਹੁਤ ਅੱਛਾ ਕੰਮ ਕਰ ਰਹੀਆਂ। ਜੇ ਇਹ ਮਸ਼ੀਨਾਂ ਸਿਰਫ ਸਾਡੇ ਘਰ ਦੀ ਜਿਹੜੀ ਖੇਤੀ ਹੀ ਕਰ ਲਈ ਇਹਨਾਂ ਨੇ ਤੇ ਫਿਰ ਉਹ ਠੀਕ ਨਹੀਂ। ਇਹਨਾਂ ਮਸ਼ੀਨਾਂ ਦੀ ਆਪਾਂ ਨੂੰ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਜੇ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਿਸਾਨ ਹੈ, ਛੋਟਾ ਕਿਸਾਨ ਹੈ ਜਾਂ ਲੋੜਵੰਦ ਆ, ਇਹ ਸਾਨੂੰ ਉੱਥੋਂ ਤੱਕ ਵੀ ਜਿਹੜੀ ਆ ਪਹੁੰਚ ਇਹਦੀ ਮਸ਼ੀਨਾਂ ਦੀ ਕਰਾਉਣੀ ਚਾਹੀਦੀ ਹੈ। ਅਕਸਰ ਅਸੀਂ ਇਹ ਗੱਲ ਕਹਿ ਦਿੰਦੇ ਆ ਕਿ ਹੁਣ ਖੇਤੀਬਾੜੀ ਲਾਹੇ ਦਾ ਧੰਦਾ ਨਹੀਂ ਰਿਹਾ, ਪਰ ਇਹ ਲਾਹੇ ਦਾ ਧੰਦਾ ਕਿਵੇਂ ਬਣਾਉਣਾ ਹੈ ਅੱਜ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ। ਅਸੀਂ ਇਸ ਵੇਲੇ 4 ਪਿੰਡਾਂ ਦੀ ਇੱਕ ਕਾਮਯਾਬ ਸੁਸਾਇਟੀ ਦੇ ਵਿੱਚ ਖੜੇ ਆ। ਦੁਆਬੇ ਦੇ 4 ਪਿੰਡ ਲਿੱਦੜਾ, ਨੂਸੀ, ਭਤੀਜਾ ਅਤੇ ਨਵਾਂ ਪਿੰਡ। ਇਹਨਾਂ 4 ਪਿੰਡਾਂ ਦੇ ਵੱਲੋਂ ਪਿਛਲੇ 100 ਸਾਲਾਂ ਤੋਂ ਇੱਕ ਸੁਸਾਇਟੀ ਚਲਾਈ ਜਾ ਰਹੀ ਹੈ। ਇਸ ਸੁਸਾਇਟੀ ਦੇ ਵਿੱਚ ਹਰ ਇੱਕ ਸੰਦ ਹੈ ਖੇਤੀਬਾੜੀ ਨੂੰ ਅੱਗੇ ਲੈ ਕੇ ਜਾਣ ਦੇ ਲਈ। ਤਾਂ ਇਹ ਬੜੇ ਘੱਟ ਰੇਟਾਂ ਦੇ ਉੱਪਰ ਪਿੰਡਾਂ ਦੇ ਵਿੱਚ ਇਹ ਸੰਦ ਭੇਜਦੇ ਨੇ। ਹਾਲਾਂਕਿ ਇਹਨਾਂ ਦੇ ਆਪਣਾ ਟਰੈਕਟਰ ਵੀ ਹੈ, ਨਾਲ ਡਰਾਈਵਰ ਦਿੰਦੇ ਨੇ, ਅਤੇ ਜਿਹੜੇ ਛੋਟੇ ਕਿਸਾਨ ਨੇ ਉਹ ਇਹਨਾਂ ਸੰਦਾਂ ਦੇ ਨਾਲ ਬੜੇ ਕਾਮਯਾਬ ਹੋਏ ਨੇ। ਤਾਂ ਮੇਰੇ ਨਾਲ ਖੇਤੀਬਾੜੀ ਆਫੀਸਰ ਵੀ ਨੇ, ਕਿਸਾਨ ਵੀ ਨੇ, ਇਸ ਸੁਸਾਇਟੀ ਦੇ ਸੈਕਟਰੀ ਨੇ। ਸਾਰਿਆਂ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਨੂੰ ਕਿਵੇਂ ਇਹ ਚਲਾ ਰਹੇ ਨੇ। ਲਗਭਗ ਇਸ ਸੁਸਾਇਟੀ ਨੂੰ 100 ਸਾਲ ਹੋ ਚੁੱਕੇ ਨੇ। ਤਾਂ ਅਸੀਂ ਜਦੋਂ ਆਏ ਦੇਖੇ ਤਾਂ ਸੋਚਿਆ ਕਿ ਇਹ ਜਿਹੀ ਸੁਸਾਇਟੀ ਹਰ ਇੱਕ ਪਿੰਡਾਂ ਦੇ ਵਿੱਚ ਕਿਉਂ ਨਹੀਂ ਹੈਗੀ। ਤਾਂ ਹੀ ਅਸੀਂ ਕਹਿੰਦੇ ਹਾਂ ਕਿ ਅੱਜ ਦੇ ਟਾਈਮ ਦੇ ਉੱਤੇ ਖੇਤੀਬਾੜੀ ਲਾਹੇ ਦਾ ਧੰਦਾ ਨਹੀਂ ਰਿਹਾ। ਤਾਂ ਇਸ ਸੁਸਾਇਟੀ ਦੇ ਸੈਕਟਰੀ ਸਾਹਿਬ ਸਾਡੇ ਨਾਲ ਨੇ, ਇਹਨਾਂ ਕੋਲੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਥੇ ਕਿਹੜੇ ਕਿਹੜੇ ਸੰਦ ਨੇ ਅਤੇ ਕਿਵੇਂ ਇਹ ਇਸਤੇਮਾਲ ਕਰਦੇ ਨੇ। ਸਭ ਤੋਂ ਪਹਿਲਾਂ ਤਾਂ ਬਾਈ ਜੀ ਸਮਾਂ ਦੇਣ ਦੇ ਲਈ ਧੰਨਵਾਦ। ਤਾਂ ਮੈਂ ਜਿਵੇਂ ਕਿਹਾ ਕਿ 100 ਸਾਲ ਹੋ ਗਏ ਨੇ ਇਸ ਸੁਸਾਇਟੀ ਨੂੰ, ਤਾਂ ਇਹ ਗੱਲ ਸੱਚ ਹੈ ਕਿ ਜੇ ਹਰ ਇੱਕ ਪਿੰਡ ਦੇ ਵਿੱਚ ਇੱਦਾਂ ਦੀਆਂ ਸੁਸਾਇਟੀਆਂ ਹੋਣ ਤਾਂ ਮੈਨੂੰ ਲੱਗਦਾ ਵੀ ਖੇਤੀਬਾੜੀ
ਸਭ ਤੋਂ ਵਧੀਆ ਲਾਹੇ ਦਾ ਧੰਦਾ ਰਹਿ ਜਾਊਗਾ? ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਰੂਰਤ ਆ ਜੀ ਇਸ ਖੇਤੀਬਾੜੀ ਸਭਾਵਾਂ ਦੀ, ਕਿਉਂਕਿ ਬਹੁਤ ਵਧੀਆ ਤਰੀਕੇ ਨਾਲ ਜਿੱਥੇ ਇਹ ਸਭਾਵਾਂ ਕੰਮ ਕਰ ਰਹੀਆਂ ਉੱਥੇ ਛੋਟੇ ਕਿਸਾਨਾਂ ਨੂੰ ਬਹੁਤ ਹੀ ਫਾਇਦਾ ਹੋ ਰਿਹਾ। ਹੁਣ ਆਪਾਂ ਪਰਾਲੀ ਦੀ ਗੱਲ ਕਰ ਲਈਏ, ਪਰਾਲੀ ਵਾਸਤੇ ਸਾਨੂੰ ਸਰਕਾਰ ਨੇ 80% ਸਬਸਿਡੀ ਤੇ ਸਾਨੂੰ ਸਮਾਨ ਦਿੱਤਾ ਪਹਿਲਾਂ 2017 ਦੇ ਵਿੱਚ। ਫਿਰ ਹੁਣ ਇਸ ਵਾਰ ਵੀ ਜਿਹੜੇ ਸਮਾਨ ਨਵੇਂ ਟੈਕਨੀਕ ਦੇ ਆਏ ਆ ਉਹ ਜਿੱਦਾਂ ਸੁਪਰ ਸੀਡਰ ਕਹਿ ਲਈਏ ਕਣਕ ਦੀ ਬਿਜਾਈ ਲਈ ਬਹੁਤ ਵਧੀਆ ਜ਼ਿਆਦਾ ਲਾਹੇਵੰਦ ਆ। ਤੇ ਹੋਰ ਸਾਡੇ ਕੋਲ ਰੋਟਾਵੇਟਰ ਆ, ਜਿੱਦਾਂ ਪਲਾਓ ਆ, ਮਲਚਰ ਆ, ਸਾਡੇ ਕੋਲ ਲੇਜ਼ਰ ਲੈਵਲਰ ਆ, ਹੈਪੀ ਸੀਡਰ ਆ, ਹੋਰ ਸਮਾਨ ਸਾਡੇ ਕੋਲ ਸਾਰੇ ਉਪਲਬਧ ਆ। ਅਸੀਂ ਬਾਹਰ ਦੇ ਮੰਨ ਲਓ ਜਿੱਦਾਂ ਵੀ ਪ੍ਰਾਈਵੇਟ ਜਿਹੜੇ ਆ ਸਾਡੇ ਕੋਲ, ਉਹਨਾਂ ਨਾਲ ਅਸੀਂ ਬਹੁਤ ਹੀ ਘੱਟ ਖਰਚੇ ਤੇ ਇਹ ਦੇ ਰਹੇ ਆ। ਜਿੱਦਾਂ ਬਾਹਰ ਰੇਟ ਲਾ ਲਓ ਸੁਪਰ ਸੀਡਰ ਦਾ ਹੀ ਲਾ ਲਓ, ਹੁਣ ਬਈ ਪਿਛਲੇ ਸਾਲ 2500 2600 ਸੀ, ਇਸ ਵਾਰੀ ਸਾਡਾ ਰੇਟ ਬਹੁਤ ਲੋਡ ਦੇ ਮੁਤਾਬਕ ਕਹਿ ਲਈਏ ਵੀ 1800 ਰੁਪਈਆ ਆ। ਬਈ SMS ਫਰਾਓ ਤੇ ਸਿੱਧਾ ਤੁਸੀਂ ਮਗਰੇ ਆਪਾਂ ਪਰਾਲੀ ਦਾ ਜਿਹੜਾ ਵੀ ਸਿੱਧੀ ਕਣਕ ਦੀ ਬਿਜਾਈ ਆਪਾਂ ਕਰੀਏ। ਜਿਹੜਾ ਖਰਚਾ ਘਟਾਉਣਾ ਚਾਹੀਦਾ ਆਪਾਂ ਨੂੰ, ਆਪਾਂ ਝਾੜ ਵੱਲ ਨਾ ਜਾਈਏ ਵੀ ਜਿੰਨਾ ਹੁਣ ਆਪਾਂ ਖਰਚਾ ਆਪਾਂ ਘਟਾ ਲਈਏ ਨਾ ਉਹੀ ਆਪਾਂ ਨੂੰ ਫਾਇਦਾ ਆ। ਝਾੜ ਮੌਸਮ ਤੇ ਡਿਪੈਂਡ ਹੈ ਆਪਣਾ, ਵੀ ਝਾੜ ਵਧਾਉਣ ਪਿੱਛੇ ਆਪਾਂ ਸਾਰੇ ਹੋਏ ਆ। ਆਪਾਂ ਨੂੰ ਖਰਚਾ ਜੇ ਆਪਾਂ 6-7000 ਰੁਪਇਆ ਖਰਚਾ ਹੀ ਘਟਾ ਲਿਆ ਤੇ ਸਮਝ ਲਓ 2-3 ਕੁਇੰਟਲ ਆਪਣਾ ਝਾੜ ਵੱਧ ਗਿਆ। ਅੱਛਾ ਜੀ, ਇਹ ਸੁਸਾਇਟੀ ਕਾਮਯਾਬ ਤਾਂ ਹੀ ਹੋ ਸਕਦੀ ਹੈ ਕਿ ਜੇ ਕਿਸਾਨ ਇਸ ਸੰਦਾਂ ਦੀ ਵਰਤੋਂ ਕਰਨ। ਤਾਂ ਇਸ ਤਾਂ 4 ਪਿੰਡਾਂ ਦੇ ਵਿੱਚ ਸੰਦ ਲੈ ਕੇ ਜਾਂਦੇ ਨੇ, ਕਿਸਾਨ ਵਰਤਦੇ ਨੇ, ਤੇ ਵੱਡੇ ਲੈ ਕੇ ਜਾਂਦੇ ਨੇ ਕਿ ਛੋਟੇ ਕਿਸਾਨ ਜ਼ਿਆਦਾ ਇਹਨੂੰ ਵਰਤੋਂ ਦੇ ਵਿੱਚ ਲਿਆਉਂਦੇ ਨੇ? ਸਾਡੇ ਦੇਖੋ ਜੀ ਜ਼ਿਆਦਾ ਤਾਂ ਅਸੀਂ ਛੋਟੇ ਕਿਸਾਨਾਂ ਨੂੰ ਪਹਿਲ ਦੇਈਦੀ ਆ, ਤੇ ਵੱਡੇ ਕਿਸਾਨ ਵੀ ਜੇ ਕਿਤੇ ਲੋੜ ਹੋਵੇ ਤੇ ਅਸੀਂ ਉਹਨਾਂ ਨੂੰ ਵੀ ਦਿੰਨੇ ਆ, ਕਿਉਂਕਿ ਸਾਡੇ ਕੋਲ ਇੱਕ ਪ੍ਰੋਪਰ ਤਰੀਕੇ ਨਾਲ ਆ ਇੱਥੇ ਸਿਸਟਮ ਚੱਲ ਰਿਹਾ। 2010 ਦੇ ਵਿੱਚ ਸਾਡਾ ਐਗਰੋ ਸਰਵਿਸ ਸੈਂਟਰ ਸ਼ੁਰੂ ਹੋਇਆ ਸੀ। ਸਾਡੀ ਸੁਸਾਇਟੀ ਨੂੰ ਲਗਭਗ ਜਿੱਦਾਂ ਵੀ 1919 ਦੇ ਵਿੱਚ ਰਜਿਸਟਰਡ ਹੋਈ ਸੀਗੀ, 100 ਸਾਲ ਤੋਂ ਉੱਪਰ ਜਾ ਰਹੇ ਹਾਂ ਅਸੀਂ। ਤੇ 2010 ਦੇ ਵਿੱਚ ਸਾਡੇ ਕੋਲ ਐਗਰੋ ਸਰਵਿਸ ਸੈਂਟਰ ਹੋਇਆ ਸੀ। ਉਹਦੇ ਵਿੱਚ ਅਸੀਂ ਪ੍ਰੋਪਰ ਪਹਿਲੋਂ ਅਸੀਂ ਬੁੱਕ ਕਰੀਦਾ ਆ ਕਿਸਾਨ ਦਾ, ਵੀ ਕਦੋਂ ਤੇ ਅਸੀਂ 1 ਜਾਂ 2 ਦਿਨ ਪਹਿਲਾਂ ਉਹ ਬੁਕਿੰਗ ਕਰਾਉਂਦਾ ਵੀ ਮੇਰੇ ਪਰਸੋਂ ਕੰਪੈਨ ਲੱਗਣੀ ਜਾਂ ਇੰਨੀ ਤਰੀਕ ਨੂੰ ਲੱਗਣੀ, ਪਰ ਅੰਦਾਜ਼ਾ ਹੁੰਦਾ ਹੀ ਆ। ਉਹਦੇ ਨਾਲ ਫਿਰ ਅਸੀਂ ਪੂਰਾ ਬੁਕਿੰਗ ਕਰਕੇ ਉਹਦਾ ਘੱਟ ਰੇਟ ਦਾ ਜੋ ਵੀ ਆ ਲੌਂਗ ਬੁੱਕ ਤੇ ਬਾਅਦ ਚ ਚਾੜੀਦਾ ਆ, ਤੇ ਪੂਰਾ ਉਹਦੇ ਪ੍ਰੋਪਰ ਤਰੀਕੇ ਨਾਲ ਚਾਹੀਦਾ। ਇਹ ਨਹੀਂ ਵੀ ਉਹਨੂੰ ਖਰਾਬ ਕਰੀਦਾ ਵੀ ਆਹ ਨਹੀਂ ਹੁੰਦਾ, ਆਹ ਨਹੀਂ ਹੁੰਦਾ, ਪੂਰਾ ਮੌਕੇ ਤੇ ਉਹਨੂੰ ਆਪਾਂ ਮੁਹੱਈਆ ਚੀਜ਼ ਕਰਾਈ ਦੀ। ਸਾਡਾ ਟਰੈਕਟਰ ਆ ਜਿਹੜੀ ਰੀਡਿੰਗ ਦੇ ਹਿਸਾਬ ਨਾਲ ਚੱਲ ਰਿਹਾ। ਇਹ ਨਹੀਂ ਵੀ ਅਸੀਂ ਘੜੀ ਦੇ ਹਿਸਾਬ ਨਾਲ ਆਪਾਂ ਵੀ ਡਰਾਈਵਰ ਖੜਾ ਹੋ ਗਿਆ ਜਾਂ ਰਸਤੇ ਦੇ ਵਿੱਚ ਫੋਨ ਆ ਗਿਆ ਚਾਹ ਪਾਣੀ ਪੀਣਾ, ਉਦਾਂ ਦਾ ਸਿਸਟਮ ਨਹੀਂਗਾ। ਸਾਡਾ ਟਰੈਕਟਰ ਦੇ ਮੀਟਰ ਦੇ ਨਾਲ ਰੀਡਿੰਗ ਦੇ ਹਿਸਾਬ ਦੇ ਨਾਲ ਆ। ਮੈਂ ਇੱਕ ਇਹ ਵੀ ਮਾਣ ਵਾਲੀ ਗੱਲ ਆ ਵੀ ਪੰਜਾਬ ਦੇ ਵਿੱਚ ਸਾਡਾ ਜੇ ਰੇਟ ਦੇ ਤੌਰ ਤੇ ਦੇਖਿਆ ਜਾਵੇ ਸੁਸਾਇਟੀ ਸਭ ਤੋਂ ਘੱਟ ਰੇਟ ਤੇ ਸਾਡਾ ਕੰਮ ਕਰ ਰਹੀ ਆ। ਤੇ ਸੁਸਾਇਟੀ ਦੇ ਅਸੀਂ ਆਪਣੇ ਇਹ ਨਹੀਂ ਵੀ ਇਕੱਲਾ ਬਿਜ਼ਨਸ ਮਾਈਂਡ ਵੀ ਚਲੋ ਹੋਣਾ ਚਾਹੀਦਾ, ਪਰ ਅਸੀਂ ਸਾਡੇ ਜਿਹੜੇ ਮੈਂਬਰ ਆ ਨਾ ਉਹਨਾਂ ਦੀ ਅਸੀਂ ਪਹਿਲਾਂ ਸਹੂਲਤ ਦੇਖਦੇ ਹਾਂ ਵੀ ਉਹ ਲੋੜਵੰਦ ਆ, ਸ਼ੇਅਰ ਹੋਲਡਰ ਆ ਸਾਡੇ। ਕਮੇਟੀ ਸਾਡੀ ਬਹੁਤ ਇੱਥੇ ਜ਼ਿੰਮੇਵਾਰ ਆ, ਜਿਹੜੀ ਕਮੇਟੀਆਂ ਜਿੰਨੀਆਂ ਵੀ ਆ ਸਾਡੀਆਂ ਬਹੁਤ ਜ਼ਿੰਮੇਵਾਰੀ ਨਾਲ ਕੰਮ ਕਰ ਰਹੀਆਂ। ਮੰਨ ਲਓ ਕਿਸੇ ਮੈਂਬਰ ਨੂੰ ਤੰਗੀ ਦਾ ਅਸੀਂ ਕਹਿੰਦੇ ਵੀ ਤੰਗੀ ਨਾ ਆਵੇ, ਕਿਸੇ ਨੂੰ ਆਵੇ, ਸਾਡਾ ਵੀ ਪੂਰਾ ਜੋ ਵੀ ਇੱਕ ਪਰਾਲੀ ਦੇ ਤੌਰ ਤੇ ਹੁਣ ਦੇਖ ਲਈਏ ਅੱਜ ਦੀ ਜਿਹੜੀ ਮੇਜਰ ਪ੍ਰੋਬਲਮ ਹੈ ਵੀ ਅੱਗ ਲਾਉਣੀ ਆ, ਸਾਡੇ 4 ਪਿੰਡਾਂ ਦਾ ਆਪਾਂ ਲੈ ਲਈਏ ਸਾਡੇ ਅੱਗ ਦੇ ਬਹੁਤ ਘੱਟ ਚਾਂਸ ਆ। ਮੈਂ 99% ਕਹਿੰਦਾ ਵੀ ਸਾਡੇ ਅੱਗ ਨਹੀਂ ਲੱਗੀ। ਅੱਛਾ, ਜਿਹੜੇ ਇਹ 4 ਪਿੰਡਾਂ ਦੀ ਸੁਸਾਇਟੀ ਹੈਗੀ ਆ, ਇਹਦੇ ਮੈਂਬਰ ਕਿੰਨੇ ਨੇ ਤੇ ਉਹ ਮੈਂਬਰ ਹੀ ਇਨਵੈਸਟਮੈਂਟ ਇਸ ਸੁਸਾਇਟੀ ਦੇ ਵਿੱਚ ਕਰਦੇ ਨੇ? ਹਾਂਜੀ, ਉਹ ਬਿਲਕੁਲ ਸਾਡੇ ਕੋਲ ਅੱਜ ਦੀ ਤਰੀਕ ਦੇ ਵਿੱਚ 1052 ਮੈਂਬਰ ਆ। ਮੰਨ ਲਓ ਦੋਨੇ ਤਰ੍ਹਾਂ ਦੇ ਆ ਸਾਡੇ ਕੋਲ, ਐਗਰੀਕਲਚਰ ਨੌਨ ਐਗਰੀਕਲਚਰ ਪਾ ਕੇ। ਮੰਨ ਲਓ ਜ਼ਿਮੀਦਾਰ ਕਹਿ ਲਈਏ ਵੀ ਸਾਡੇ ਕੋਲ 300 ਦੇ ਕਰੀਬ ਆ ਜੋ ਕਿ ਦੇਣ ਲੈਣ ਕਰਦੇ ਆ ਖੇਤੀਬਾੜੀ ਨਾਲ ਜਾਂ ਜੋ ਵੀ ਕਰਦੇ ਆ। ਤੇ ਉਹ ਆਪਾਂ ਉਹਨਾਂ ਦੇ ਦੇਣ ਲੈਣ ਜਿਹੜਾ ਉਹ ਨਹੀਂ, ਆਪਾਂ ਆਊਟ ਆਫ ਏਰੀਆ ਵੀ ਆਪਾਂ ਜਦੋਂ ਵਿਹਲੇ ਹੋਈਏ ਉਧਰ ਵੀ ਆਪਾਂ ਕੰਮ ਕਰ ਲਈਦਾ। ਜ਼ਿਆਦਾ ਮੇਨ ਜਿਹੜਾ ਪਹਿਲਾਂ ਮੈਂਬਰਾਂ ਦਾ ਹੀ ਆ, ਕਿਉਂਕਿ ਜੋ ਹੈਗਾ ਸਾਰਾ ਸੁਸਾਇਟੀ ਮੈਂਬਰਾਂ ਦੀ ਹੈ। ਅੱਛਾ, ਤੇ ਤੁਹਾਡੇ ਕੋਲ ਕੁੱਲ ਕਿੰਨੇ ਸੰਦ ਨੇ, ਟਰੈਕਟਰ ਕਿੰਨੇ ਨੇ, ਤੇ ਇੱਥੇ ਫਿਰ ਕਿਵੇਂ ਦੇਖਭਾਲ ਕਿਵੇਂ ਹੁੰਦੀ ਹੈ ਸਾਰੀ ਇਸ ਸੁਸਾਇਟੀ ਦੀ? ਸਾਡੇ ਕੋਲ ਪਹਿਲਾਂ 2010 ਦੇ ਵਿੱਚ ਅਸੀਂ ਇੱਕ ਟਰੈਕਟਰ ਲਿਆ ਸੀਗਾ ਤੇ ਨਾਲ ਸਾਡੇ ਕੋਲ ਲੇਜ਼ਰ ਲੈਵਲ ਕੰਪਿਊਟਰ ਕਰਾ ਦਾ। ਉਦੋਂ ਪਾਣੀ ਦੀ ਬਚਤ ਕਰਕੇ ਸਰਕਾਰ ਦਾ ਵੀ ਸੀ ਜ਼ੋਰ, ਤੇ ਵੈਸੇ ਪਾਣੀ ਵੀ ਆਪਾਂ ਲੈਵਲ ਦਾ ਦੇਖਿਆ ਜਾਵੇ ਘਟ ਰਿਹਾ ਹਰ ਸਾਲ। ਤੇ ਉਹ ਪਾਣੀ ਦੇ ਲਿਹਾਜ਼ ਤੇ ਸਾਡਾ ਜਿਹੜਾ ਮੇਨ ਜਿਹੜਾ ਮੇਜਰ ਸਾਡਾ ਸੰਦ ਸਮਾਨ ਚੱਲਦਾ ਹੈ ਉਹ ਲੇਜ਼ਰ ਲੈਵਲ ਕੰਪਿਊਟਰ ਕਰਾ ਸੀ ਵਿਦ ਟਰੈਕਟਰ ਨਾਲ ਡਰਾਈਵਰ ਸਾਡਾ। ਤੇ ਹੁਣ ਜਿੱਦਾਂ ਮੰਨ ਲਓ ਵੀ ਸਾਡੇ ਬਾਕੀ ਸਮਾਨ ਉਹਦੇ ਤੋਂ ਬਾਅਦ 2017 ਦੇ ਵਿੱਚ ਸਾਡੇ ਕੋਲ 6-7 ਸਮਾਨ ਹੋਰ ਵੀ ਆਏ, ਜਿੱਦਾਂ ਕਿ ਆਪਾਂ ਨਾਲ ਰੂਟਾਵੀਟਰ ਦੇਤਾ, ਟਿੱਲਰ ਸੀ ਸਾਡੇ ਕੋਲ, ਤਵੀਆਂ ਸੀ। ਹੁਣ ਆਪਾਂ ਪੂਰੀ ਸ਼ੈੱਡ ਦੇ ਵਿੱਚ ਆਪਾਂ ਦੇਖੀਏ ਕਿ ਸਾਡੇ ਕੋਲ ਮਲਚਰ ਆ, ਨਾਲ ਹੀ ਲੇਜ਼ਰ ਲੈਵਲਰ, ਹੈਪੀ ਸੀਡਰ ਆ, ਫਿਰ ਸੁਪਰ ਸੀਡਰ, ਪਲਾਓ ਆ, ਸਾਰੇ ਸਮਾਨ ਸਾਡੇ ਕੋਲ ਮੰਨ ਲਓ ਮੁਹੱਈਆ ਕਰਾ ਦਿੱਤਾ ਸੀ। ਜਿਹੜੇ ਮੇਨਲੀ ਖੇਤੀ ਦੇ ਵਿੱਚ ਸੰਦ ਕੰਮ ਆਉਂਦੇ ਨੇ ਉਹ ਤੁਸੀਂ ਇਸ ਸੁਸਾਇਟੀ ਦੇ ਵਿੱਚ ਰੱਖੇ ਹੋਏ? ਬਿਲਕੁਲ, ਜੇ ਮੰਨ ਲਓ ਵੀ ਹੁਣ ਕੋਈ ਨਵੀਂ ਟੈਕਨੀਕ ਆ ਜਾਂਦੀ ਆ ਉਹ ਅਸੀਂ ਆਪਣੀ ਸਾਡੀ ਕਮੇਟੀ ਮੈਨੇਜਿੰਗ ਕਮੇਟੀ ਆ ਜਿਹੜੀ ਕਿ ਚੁਣੀ ਜਾਂਦੀ 5 ਸਾਲ ਬਾਅਦ, ਉਹਨਾਂ ਨਾਲ ਸਲਾਹ ਮਸ਼ਵਰਾ ਕਰਕੇ ਅਸੀਂ ਫਿਰ ਉਸੇ ਤਕਨੀਕ ਦਾ ਜਿੱਦਾਂ ਦੀ ਲੋੜ ਆ ਸਾਡੇ ਏਰੀਆ ਆਪਰੇਸ਼ਨ ਦੇ ਵਿੱਚ ਉਹ ਅਸੀਂ ਆਪੇ ਫਿਰ ਸੰਦ ਮੁਹੱਈਆ ਕਰਾਈਦਾ ਆਪਣੀ ਸੁਸਾਇਟੀ ਨੂੰ। ਅੱਛਾ, ਪਿੰਡ ਦੇ ਕਿਸਾਨ ਵੀ ਹੈਗੇ ਨੇ, ਉਹਨਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਜੇ ਅਸੀਂ ਹੋਰ ਏਰੀਏ ਦੇ ਵਿੱਚ ਜਾਂਦੇ ਹਾਂ ਜਿਨ੍ਹਾਂ ਦੇ ਵਿੱਚ ਸੁਸਾਇਟੀਆਂ ਨਹੀਂ ਹੁੰਦੀਆਂ, ਤਾਂ ਜੇ ਅਸੀਂ ਇਹਨਾਂ ਸੁਸਾਇਟੀਆਂ ਤੋਂ ਸੰਦ ਲੈ ਕੇ ਯੂਜ਼ ਕਰਦੇ ਹਾਂ ਤਾਂ ਸਾਨੂੰ ਫਾਇਦਾ ਕੀ ਹੁੰਦਾ? ਬਾਈ, ਜਿਵੇਂ ਤੁਸੀਂ
ਇੱਕ ਤਾਂ ਨੌਜਵਾਨ ਨੂੰ ਬੜੀ ਵਧੀਆ ਲੱਗਿਆ ਕਿ ਤੁਸੀਂ ਆਪ ਖੇਤੀ ਕਰ ਰਹੇ ਹੋ, ਬਾਈ ਹੁਣੀ ਦੱਸ ਰਹੇ ਸੀ ਬੜੇ ਵਧੀਆ ਤਰੀਕੇ ਨਾਲ ਤੁਸੀਂ ਕਰਦੇ ਹੋ। ਤੇ ਜੇ ਸੁਸਾਇਟੀ ਤੋਂ ਸੰਦ ਅਸੀਂ ਲੈਂਦੇ ਆ ਤੇ ਜੇ ਅਸੀਂ ਆਪਣਾ ਲੈਂਦੇ ਆ, ਕੀ ਘਾਟਾ ਵਾਧਾ ਇਧਰੋਂ ਫਾਇਦਾ ਹੁੰਦਾ ਕਿ ਜਾਂ ਉਧਰੋਂ ਫਾਇਦਾ ਹੁੰਦਾ? ਹੁਣ ਜੇ ਅਸੀਂ ਆਪਣਾ ਸੰਦ ਲੈਂਦੇ ਆ, ਪਹਿਲਾਂ ਤਾਂ ਸਾਨੂੰ ਪੈਸੇ ਇਨਵੈਸਟ ਕਰਨੇ ਪੈਣੇ ਬਹੁਤ ਜ਼ਿਆਦਾ। ਹੁਣ ਇਹਨਾਂ ਨੂੰ ਸੁਸਾਇਟੀ ਵਾਲਿਆਂ ਨੂੰ ਮਤਲਬ ਕਿ ਗਵਰਨਮੈਂਟ ਨੇ ਪੂਰੀ ਫੈਸਿਲਿਟੀ ਦਿੱਤੀ ਨਾ, ਇਹਨਾਂ ਨੂੰ ਘੱਟ ਰੇਟ ਤੇ ਵੀ ਮਿਲ ਜਾਣਾ ਚੀਜ਼, ਤੇ ਅਸੀਂ ਲਵਾਂਗੇ। ਸਾਨੂੰ ਪੈਸੇ ਕੀ ਪਤਾ ਕਿਸੇ ਤੋਂ ਲੈ ਕੇ ਲਵਾਂਗੇ ਚੀਜ਼, ਇੱਥੇ ਅਸੀਂ ਕਿਰਾਏ ਤੋਂ ਵੀ ਲੈ ਜਾਵਾਂਗੇ, ਘੰਟੇ ਦਾ ਕਿਰਾਇਆ ਦੇ ਕੇ ਤੇ ਸੰਦ ਨਾਲ ਅਸੀਂ ਆਪਣਾ ਵਰਤੋਂ ਕਰ ਸਕਦੇ ਆ। ਇਹ 'ਚ ਫਾਇਦਾ ਆ। ਅੱਛਾ, ਇਹ ਤਾਂ ਤੁਸੀਂ ਮੈਨੂੰ ਲੱਗਦਾ ਵੀ ਮਾਣ ਤਾਂ ਤੁਹਾਨੂੰ ਹੋਊਗਾ ਵੀ ਮੈਨੂੰ ਲੱਗਦਾ ਵੀ ਪੂਰੇ ਪੰਜਾਬ 'ਚ ਕਈ ਸੁਸਾਇਟੀਆਂ ਹੋਣਗੀਆਂ, ਪਰ ਤੁਹਾਡੇ ਇਹਨਾਂ 4 ਪਿੰਡਾਂ ਦੀ ਕਾਮਯਾਬ ਸੁਸਾਇਟੀ ਆ, ਹਰ ਇੱਕ ਸੰਦ ਹੈ। ਜੇ ਕਿਤੇ ਅੜ ਵੀ ਜਾਂਦਾ ਕੰਮ ਤੇ ਤੁਸੀਂ ਇੱਥੋਂ ਸੰਦ ਆ ਕੇ ਲੈ ਜਾਂਦੇ ਹੋ। ਹਾਂਜੀ, ਤੇ ਉਦਾਂ ਤਾਂ ਤਕਰੀਬਨ ਅੱਜ ਦੇ ਡੇਟ 'ਚ ਸਾਰੇ ਕੋਲ ਆਪਣੇ ਆਪਣੇ ਸੰਦ ਹੈਗੇ ਆ, ਬਟ ਕਈ ਹੁਣ ਛੋਟੇ ਜ਼ਿਮੀਂਦਾਰ ਵੀ ਹੈਗੇ ਨਾ, ਤੇ ਉਹਨਾਂ ਨੂੰ ਪ੍ਰੋਬਲਮ ਕਾਫੀ ਆਉਂਦੀ ਆ। ਕਈਆਂ ਕੋਲ ਟਰੈਕਟਰ ਹੈ ਨਹੀਂਗੇ, ਇਸ ਕਰਕੇ ਸੁਸਾਇਟੀ ਜਿਹੜੇ ਆ ਟਰੈਕਟਰ ਤੇ ਇਹਦਾ ਮਤਲਬ ਕਿ ਕਾਫੀ ਬੈਨੀਫਿਟ ਆ ਲੋਕਾਂ ਨੂੰ, ਤੇ ਮੇਰੇ ਹਿਸਾਬ ਨਾਲ ਵਧੀਆ ਕੰਮ ਆ। ਹਰੇਕ ਪਿੰਡ 'ਚ ਜਿੱਦਾਂ ਹੋਣੀ ਚਾਹੀਦੀ ਹੈ ਸੁਸਾਇਟੀ ਇਹ। ਤੁਹਾਨੂੰ ਲੱਗਦਾ ਵੀ ਜੇ ਆਪਾਂ ਆਪਣੇ ਸੰਦ ਬਣਾਉਂਦੇ ਆ, ਇੱਕ ਤਾਂ ਆਪਾਂ ਕਰਜ਼ੇ ਥੱਲੇ ਆ ਜਾਂਦੇ ਆ, ਦੂਜਾ ਇਹ ਆ ਵੀ ਜੇ ਅਸੀਂ ਸੁਸਾਇਟੀਆਂ ਨੂੰ ਕਾਮਯਾਬ ਕਰਾਂਗੇ ਤੇ ਇਹਦੇ ਨਾਲ ਪਿੰਡ ਦਾ ਵੀ ਵਿਕਾਸ ਹੋਊਗਾ, ਨਾਲੇ ਸੁਸਾਇਟੀ ਹੋਊਗੀ ਪਿੰਡ ਦੇ ਵਿੱਚ, ਤੇ ਜਿਹੜਾ ਛੋਟਾ ਕਿਸਾਨ ਆ ਉਹ ਤਾਂ ਆਪਣੇ ਆਪ ਵਧੂਗਾ। ਹਾਂਜੀ, ਇੱਕ ਤਾਂ ਸਾਡੇ ਪਿੰਡ ਦੀ ਤਰੱਕੀ ਹੋਊਗੀ, ਸੁਸਾਇਟੀ ਦਾ ਮਤਲਬ ਲੈਵਲ ਅਪ ਹੋਊਗਾ, ਤੇ ਦੂਜਾ ਇਹ ਆ ਮਤਲਬ ਕਿ ਫਿਰ ਛੋਟੇ ਕਿਸਾਨਾਂ ਨੂੰ ਫਾਇਦਾ ਹੋਊਗਾ ਇਹਦੇ 'ਚ, ਤੇ ਜੇ ਲੋਕ ਸਪੋਰਟ ਕਰਨਗੇ ਤਾਂ ਹੋਰ ਵੀ ਤਰੱਕੀ ਕਰ ਸਕਦੇ ਆ। ਕਰ ਸਕਦੇ ਤਾਂ ਬਾਈ ਕਿਸਾਨ ਹੋਰ ਨੇ ਸਾਡੇ ਨਾਲ, ਤਾਂ ਇਹ ਵੀ ਮੈਂਬਰ ਨੇ ਇਸ ਸੁਸਾਇਟੀ ਦੇ। ਤਾਂ ਤੁਹਾਨੂੰ ਕੀ ਲੱਗਦਾ ਜੀ, ਪਿੰਡ ਦੇ ਵਿੱਚ ਤਾਂ ਵੈਸੇ ਬੜੀਆਂ ਸੋਚ ਵੱਖਰੀਆਂ ਹੁੰਦੀਆਂ ਨੇ, ਕਈ ਵਾਰੀ ਵਿਚਾਰਕ ਮਤਭੇਦ ਵੀ ਹੋ ਜਾਂਦੇ, ਇਹਨੂੰ ਚਲਾਉਣਾ ਬਹੁਤ ਔਖਾ, ਤਾਂ ਫਿਰ ਕਿਵੇਂ ਮੈਨੇਜ ਕਰਦੇ ਹੋ, ਕਿਵੇਂ ਚਲਾਉਂਦੇ ਹੋ ਇਹਨੂੰ ਫਿਰ? ਕਿਉਂਕਿ ਇਹਨਾਂ ਸਾਂਭ ਕੇ ਵੀ ਰੱਖਿਆ, ਇਹਨੇ ਸੰਦ ਵੀ ਬਣਾ ਕੇ ਰੱਖੇ ਨੇ। ਜਿੱਦਾਂ ਹੌਲੀ ਜਿੱਦਾਂ ਸਮੇਂ ਹਿਸਾਬ ਨਾਲ ਜਦੋਂ ਪ੍ਰਾਈਜ਼ ਦਾ ਚੱਲ ਜਾਣਾ, ਪੱਠਿਆਂ ਵਾਸਤੇ ਫਿਰ ਆਪਣੇ ਕੋਲ ਇਹ ਚੱਲੀ ਜਾਂਦਾ। ਫਿਰ ਬਾਕੀ ਇਹਨਾਂ ਦੀ ਮੈਨੇਜਮੈਂਟ ਵਧੀਆ, ਜਿੱਦਾਂ ਬੁੱਕ ਕਰਕੇ ਫੇਰ ਤੁਰਨਾ। ਇਦਾਂ ਸਾਰਾ ਕਾਗਜ਼ੀ ਤੁਸੀਂ ਕਿੱਥੇ ਕਰ ਕੀ ਕਰਨਾ, ਇਹ ਨਹੀਂ ਵੀ ਜਿੱਦਾਂ ਜਿਹੜਾ ਆਇਆ ਹੁਣੇ ਚੱਲ ਜਾਓ, ਇਦਾਂ ਨਿਗਾਹ ਬੁੱਕ ਕਰਾਓ, ਉਸ ਤੋਂ ਬਾਅਦ ਨੰਬਰ ਲੱਗ ਜਾਣਾ ਉਹਦਾ, ਇੱਧਰ ਪਾਵਾਂਗੇ। ਪਿੰਡਾਂ ਦੇ ਵਿੱਚ ਸੰਦ ਕਿਸਾਨਾਂ ਕੋਲ ਘੱਟ ਨੇ, ਜੇ ਤੁਹਾਡੀ ਇਹ ਕਾਮਯਾਬ ਹੋਈ ਹੈ ਸੁਸਾਇਟੀ ਤੇ ਸੰਦ ਘੱਟ ਕਰਕੇ ਹੋਈ ਹੈ? ਛੋਟੇ ਜ਼ਿਮੀਂਦਾਰ ਜਿੱਦਾਂ ਉਹਨਾਂ ਕੋਲ ਘੱਟ ਆ, ਵੱਡਿਆਂ ਕੋਲ ਹੈਗੇ, ਛੋਟੇ ਕੋਲ ਫਿਰ ਟਰੈਕਟਰ ਲਊਗਾ ਵੱਡਾ, ਫੇਰ ਖਿੱਚੂਗਾ, ਉਹਦਾ ਖਿੱਚ ਨਹੀਂ ਹੋਣਾ। ਹਾਂਜੀ, ਫਿਰ ਇੰਨਾ ਕਰਦਾ ਸਰ ਹੋਊਗਾ ਉਹਨੂੰ ਵੀ ਵਧੀਆ, ਮਤਲਬ ਜਾ ਕੇ ਆਪਣਾ ਪੱਠੀ ਵੀਰੇ ਜਾਂ ਕੁਝ ਵਾਲ ਵੇ ਕਣਕ ਵੀਰ ਵਧੀਆ। ਅੱਛਾ ਬਈ, ਜਿਵੇਂ ਹੁਣ ਪਰਾਲੀ ਦਾ ਵੀ ਸਮਾਂ ਆ ਗਿਆ, ਵੀ ਹੁਣ ਰੌਲਾ ਪੈਣਾ, ਸਿਆਸਤ ਵੀ ਹੋਣੀ ਹੈ, ਦਿੱਲੀ ਵੱਲ ਨੂੰ ਕਹਿਣਾ, ਧੂਆਂ ਵੀ ਜਾਣਾ ਹੈ, ਤਾਂ ਪਰਾਲੀ ਸਾਂਭਣ ਨੂੰ ਤੁਹਾਡੇ ਕੋਲ ਕਿਹੜਾ ਸੰਦ ਵਧੀਆ ਆ? ਜੇ ਕਿਸਾਨ ਚਾਹਵੇ ਇਹਨਾਂ ਏਰੀਆ ਦੇ ਵਿੱਚ ਲੈ ਕੇ ਜਾਣਾ, ਤੇ ਸਭ ਤੋਂ ਵਧੀਆ ਸੰਦ ਕਿਹੜਾ ਰੱਖਿਆ? ਸਾਡਾ ਮੇਨ ਇਹ ਦੇਖੋ ਜੀ, ਆਲੂ ਬੈਲਟ ਆ ਇਹ। ਆਲੂ ਦੇ ਵਿੱਚ ਆਪਾਂ ਨੂੰ ਨਾਲੋਂ ਨਾਲ ਹੀ ਝੋਨਾ ਵੱਢ ਕੇ ਤੇ ਆਪਾਂ ਨੂੰ ਪਰਾਲੀ ਦਾ ਜਿਹੜਾ ਉਹਦਾ ਵੀ ਥੱਲੇ ਦੱਬਣਾ ਪੈਂਦਾ ਜਾਂ ਉਹਨੂੰ ਗਾਲਣਾ ਪੈਂਦਾ। ਤੇ ਇਸ ਲਈ ਸਾਡੇ ਕੋਲ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ SMS ਲਾਉਨੇ ਕੰਪੈਨ ਦੇ ਪਿੱਛੇ, ਨਾਲ ਹੀ ਸਾਡੇ ਕੋਲ ਮਲਚਰ ਆ, ਮਲਚਰ ਦੇ ਨਾਲ ਹੀ ਪਲਾਓ ਆ ਸਾਡਾ। ਤੇ ਇਹ ਜਿਹੜੀਆਂ 2 ਚੀਜ਼ਾਂ ਆ, ਇਹ ਸਾਡੀਆਂ ਬਹੁਤ ਕਾਮਯਾਬ ਆ। ਬਾਕੀ ਕਣਕ ਵਾਸਤੇ ਦੇਖੀਏ ਤੇ ਸਾਡੇ ਕੋਲ ਅਸੀਂ ਇਸ ਵਾਰ ਸਾਡੇ ਕੋਲ ਮੰਗ ਸੀਗੀ ਸੁਪਰ ਸੀਡਰ ਦੀ, ਤੇ ਇਹ ਅਸੀਂ ਵੀ ਸੁਪਰ ਸੀਡਰ ਦਾ ਐਤਕੀ ਜ਼ਿਆਦਾ ਸੀਗਾ ਵੀ ਸੁਪਰ ਸੀਡਰ ਨਾਲ ਸਭ ਤੋਂ ਜ਼ਿਆਦਾ ਸੌਖਾ ਤਰੀਕਾ ਪਰਾਲੀ ਦੇ। ਬਾਕੀ ਪਰਾਲੀ ਨੂੰ ਅੱਗ ਲਾਉਣੀ ਕੋਈ ਹਰ ਕੋਈ ਇਹ ਚਾਹੁੰਦਾ ਆ ਵੀ ਅਸੀਂ ਪਰਾਲੀ ਨੂੰ ਅੱਗ ਨਾ ਲਾਈਏ, ਪਰ ਮਜਬੂਰੀ ਬਸ ਲਾਉਂਦਾ ਸੀ, ਸਾਧਨ ਨਹੀਂ ਸੀਗੇ। ਹੁਣ ਅਸੀਂ ਹੌਲੀ ਹੌਲੀ ਇਹ ਸਾਧਨ ਪੈਦਾ ਹੋ ਗਏ ਆ। ਹਰ ਕੋਈ ਜ਼ਿਮੀਂਦਾਰ ਕੋਈ ਇਹ ਨਹੀਂ ਚਾਹੁੰਦਾ ਵੀ ਅਸੀਂ ਧੂੰਆਂ ਕਰ ਦਈਏ, ਵਾਤਾਵਰਨ ਵੀ ਦੂਸ਼ਿਤ ਹੁੰਦਾ ਉਹਦੇ ਨਾਲ। ਦਿੱਲੀ ਦਾ ਰੌਲਾ ਪਾਉਂਦੀ ਆ, ਕੋਈ ਛੋਟੀ ਗੱਲ ਹੋ ਜਾਵੇ ਤੇ ਪੰਜਾਬ ਨੂੰ ਪਹਿਲਾਂ ਹੀ ਉਹ ਰੌਲਾ ਪੈਣਾ ਸ਼ੁਰੂ ਹੋ ਜਾਂਦਾ। ਇਸ ਲਈ ਅਸੀਂ ਇਹ ਇੱਕ ਅਪੀਲ ਆ ਹੁਣ ਵੀ ਆਪਾਂ ਪਰਾਲੀ ਨੂੰ ਅੱਗ ਨਾ ਹੀ ਲਾਈਏ, ਕਿਉਂਕਿ ਇਹ ਇੱਕ ਸਮਝ ਆ ਗਈ ਹੈ ਸਾਨੂੰ ਵੀ ਆਪਾਂ ਵਾਤਾਵਰਨ ਜਿਹੜਾ, ਕਿਉਂਕਿ ਸਿਹਤ ਤੋਂ ਉੱਪਰ ਕੁਝ ਨਹੀਂ। ਅੱਛਾ, ਇੱਕ ਗੱਲ ਇਹ ਵੀ ਹੈ ਨਾ ਕਿ ਕਿਸਾਨ ਕਹਿ ਦਿੰਦਾ ਵੀ ਸਾਨੂੰ ਔਖਾ ਬੜਾ ਜੀ ਪਰਾਲੀ ਨੂੰ ਸਾਂਭਣਾ, ਤੀਲੀ ਲਾਈ ਚਲੋ ਉਹ ਸੌਖਾ ਹੋ ਗਿਆ, ਜਾਂ ਤਾਂ ਕਹਿੰਦੇ ਕਿ ਸਰਕਾਰ ਸਾਨੂੰ ਪੈਸੇ ਦੇਵੇ ਪਰਾਲੀ ਸਾਂਭਣ ਦੇ, ਤਾਂ ਉਹ ਪੈਸੇ ਦੇ ਅਸੀਂ ਤਾਂ ਕਰਕੇ ਮਿਹਨਤ ਵੀ ਕਰ ਲਈਏ। ਇਸ ਕਰਕੇ ਵੀ ਸਰਕਾਰ ਪੈਸਾ ਨਹੀਂ ਦੇ ਰਹੀ, ਸਾਡੇ ਕੋਲੋਂ ਇੰਨਾ ਪੈਸਾ ਹੈ ਨਹੀਂ, ਤਾਂ ਕੀ ਪਰਾਲੀ ਨੂੰ ਅੱਗ ਲਾਉਣ ਤੋਂ ਇਲਾਵਾ ਅਸੀਂ ਘੱਟ ਪੈਸਿਆਂ ਦੇ ਵਿੱਚ ਇਹਨਾਂ ਨਾਲ ਪਰਾਲੀ ਨੂੰ ਸਾਂਭ ਸਕਦੇ ਹਾਂ? ਬਿਲਕੁਲ, ਇਹ ਇਦਾਂ ਆ ਵੀ ਖਰਚਾ ਤਾਂ ਆਉਂਦਾ ਆ ਜੀ, ਖਰਚਾ। ਇਸ ਲਈ ਇਹ ਸਰਕਾਰ ਨੂੰ ਸਾਡੀ ਅਪੀਲ ਆ ਵੀ ਜੇ ਸਾਨੂੰ ਤੁਸੀਂ ਸਿੱਧੇ ਤੌਰ ਤੇ ਸਾਨੂੰ ਖਰਚਾ ਨਹੀਂ ਦੇ ਸਕਦੇ, ਸਾਨੂੰ ਫਸਲ ਤੇ ਤੁਸੀਂ ਬੋਨਸ ਜ਼ਰੂਰ ਦਿਓ, ਜੋ ਵੀ ਆ ਸਾਨੂੰ 200 ਜਾਂ 400 ਜੋ ਵੀ ਸਾਡਾ ਬੋਨਸ, ਉਹਦੇ ਨਾਲ ਸਾਨੂੰ ਕੁਛ ਨਾ ਕੁਛ, ਜਿੱਦਾਂ ਹੁਣ ਡੀਜ਼ਲ ਮਹਿੰਗਾ ਹੋ ਗਿਆ, ਮੇਨ ਪ੍ਰੋਬਲਮ ਡੀਜ਼ਲ ਦੀ ਆ। ਬਾਕੀ ਕੋਈ ਖੇਤੀਬਾੜੀ ਦਾ ਕੋਈ ਸੰਦ ਸਮਾਨ ਚਲਾਉਣ ਨੂੰ ਇੰਨੀ ਦਿੱਕਤ ਨਹੀਂ ਗੀ ਜਿੰਨੀ ਕਿ ਹੁਣ ਇਸ ਵੇਲੇ ਡੀਜ਼ਲ ਮਹਿੰਗਾ ਹੈ, ਡੀਜ਼ਲ ਸਾਨੂੰ ਮਾਰ ਪਾ ਰਿਹਾ ਆ। ਇਸ ਲਈ ਸਾਨੂੰ ਥੋੜਾ ਬਾਲਾ ਬੋਨਸ ਦੇ ਤਰੀਕੇ 'ਚ ਸਰਕਾਰ ਨੂੰ ਨਾਲ ਤੁਰਨਾ ਪੈਣਾ, ਫੇਰ ਹੀ ਜ਼ਿਮੀਂਦਾਰ ਨੇ ਉਤਸ਼ਾਹ ਹੋਣਾ ਆ। ਕਿਸੇ ਨਾ ਕਿਸੇ ਪਾਸੇ ਸਾਨੂੰ ਜੇ ਉਤਸ਼ਾਹਿਤ ਕਰਨਗੇ ਬੋਨਸ ਦੇ ਤੌਰ ਤੇ ਅਸੀਂ ਇਸ ਵੱਲੋਂ ਅੱਗ ਨਹੀਂ ਲਾਵਾਂਗੇ ਉਹਦੇ ਨਾਲ,
ਬਾਕੀ ਹਰ ਕੋਈ ਮੈਂ ਤਾਂ ਅਪੀਲ ਕਰਦਾ, ਸੁਸਾਇਟੀਆਂ ਨੂੰ ਵੀ ਅਪੀਲ ਕਰਦਾ ਵੀ ਆਪਣੀ ਸੁਸਾਇਟੀਆਂ 'ਚ ਇਦਾਂ ਦੇ ਖੇਤੀ ਸਮਾਨ ਲਿਆਓ ਜਿਹਦੇ ਨਾਲ ਆਪਾਂ ਘੱਟ ਖਰਚੇ ਦੇ ਵਿੱਚ ਆਪਾਂ ਇਹਨੂੰ ਪਰਾਲੀ ਦਾ ਪ੍ਰਬੰਧਨ ਕਰ ਸਕੀਏ। ਤਾਂ ਖੇਤੀਬਾੜੀ ਆਫੀਸਰ ਮੇਰੇ ਨਾਲ ਨੇ। ਸਰਦਾਰ ਸਾਹਿਬ, ਮੈਂ ਤੁਹਾਡੇ ਕੋਲ ਸਮਝਣ ਦੀ ਕੋਸ਼ਿਸ਼ ਕਰੂੰਗਾ ਕਿ ਜਿਵੇਂ ਅਸੀਂ ਇੱਕ ਕਾਮਯਾਬ ਸੁਸਾਇਟੀ ਦੇ ਵਿੱਚ ਖੜੇ ਹਾਂ, ਪੰਜਾਬ ਦੇ ਵਿੱਚ ਪਿੰਡਾਂ 'ਚ ਹਰ ਥਾਂ ਕਿਉਂ ਨਹੀਂ ਕਾਮਯਾਬ ਹੋ ਰਹੀਆਂ ਸੁਸਾਇਟੀਆਂ? ਦੇਖੋ, ਇਹ ਜਿਹੜੀ ਸੁਸਾਇਟੀ ਦਾ ਕਾਮਯਾਬ ਹੋਣਾ ਉਸ ਜਿਹੜਾ ਪ੍ਰਬੰਧਕੀ ਤੇ ਨਿਰਭਰ ਕਰਦਾ, ਕਿਉਂਕਿ ਅਗਰ ਪ੍ਰਬੰਧਕ ਚੰਗੇ ਹੋਣਗੇ ਤੇ ਉਹ ਸੁਸਾਇਟੀ ਜਿਹੜੀ ਕਾਮਯਾਬ ਹੋਊਗੀ। ਸੋ ਇਹ ਲੋਕਾਂ ਦੀ ਆਪਣੀ ਸੁਸਾਇਟੀ ਹੈ, ਇਹ ਕੋਈ ਸਰਕਾਰ ਦੀ ਸੁਸਾਇਟੀ ਨਹੀਂ ਹੈਗੀ। ਸੇ ਪ੍ਰਬੰਧ ਵੀ ਜਿਹੜਾ ਲੋਕਾਂ ਦਾ ਆਪਣਾ ਵਾ, ਤੇ ਜੇ ਇਸ ਤਰ੍ਹਾਂ ਦੀ ਸੁਸਾਇਟੀ ਜਿਵੇਂ ਅੱਜ ਅਸੀਂ ਨੂਸੀ ਖੜੇ ਆ, ਤੇ ਜੇ ਇਹ ਵਧੀਆ ਬਹੁਤ ਵਧੀਆ ਕੰਮ ਕਰ ਸਕਦੀ ਹੈ ਤੇ ਬਾਕੀ ਕਿਉਂ ਨਹੀਂ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸੁਸਾਇਟੀਜ਼ ਵੀ ਹੈਗੀਆਂ ਜਿਹੜੀਆਂ ਬਹੁਤ ਅੱਛਾ ਕੰਮ ਕਰ ਰਹੀਆਂ। ਸੋ ਪੰਜਾਬ ਦੇ ਵਿਕਾਸ ਦਾ ਜਿਹੜਾ ਇਹ ਬਹੁਤ ਵੱਡਾ ਯੋਗਦਾਨ ਪਾ ਸਕਦੀਆਂ ਨੇ ਸਹਿਕਾਰੀ ਸਭਾਵਾਂ, ਕਿਉਂਕਿ ਇੱਥੋਂ ਇਕੱਲੇ ਖੇਤੀ ਸੰਦ ਨਹੀਂ ਮਿਲਦੇ, ਬਹੁਤ ਖੇਤੀ ਇਨਪੁਟ ਤੁਸੀਂ ਦੇਖੋ, ਖਾਦ ਜਿਹੜੇ ਆ ਉਹ ਵੀ ਇਹ ਸਿੱਧੀ ਜਿਹੜੀ ਆ ਉਹ ਕਿਸਾਨਾਂ ਨੂੰ ਮੁਹੱਈਆ ਕਰਵਾਉਂਦੇ ਨੇ, ਹੋਰ ਵੀ ਖੇਤੀ ਇਨਪੁਟ ਜਿਹੜੇ ਆ ਇਹ ਦਿੰਦੇ ਨੇ। ਇਸ ਕਰਕੇ ਜੇ ਖੇਤੀ ਜਿਹੜੀ ਸਹਿਕਾਰੀ ਸਭਾ ਸਾਡੀ ਜਿਹੜੀ ਆ ਉਹ ਬਹੁਤ ਵਧੀਆ ਹੋਏਗੀ ਤਾਂ ਸਾਡਾ ਜਿਹੜਾ ਵਿਕਾਸ ਆ ਉਹ ਵੀ ਬਹੁਤ ਵਧੀਆ ਹੋਏਗਾ, ਸਾਡੇ ਜਿਹੜੇ ਪਿੰਡ ਜਿਹੜੇ ਉਹ ਬਹੁਤ ਖੁਸ਼ਹਾਲ ਹੋਣਗੇ। ਪੰਜਾਬ ਦੇ ਵਿੱਚ ਮੰਨਦੇ ਹੋ ਕਿ ਇੱਕ ਈਗੋ ਸਿਸਟਮ ਵੀ ਹੈ ਕਿ ਅਸੀਂ ਆਪਦੇ ਟਰੈਕਟਰ ਤੇ ਚੜ੍ਹਨਾ, ਅਸੀਂ ਆਪਦੇ ਸੰਦ ਹੀ ਬਣਾਉਣੇ, ਅਸੀਂ ਕਿਸੇ ਦਾ ਨਹੀਂ ਲੈ ਕੇ ਆਉਣਾ ਕਿਰਾਏ ਤੇ, ਜਾਟਿਆਂ ਅਸੀਂ ਜ਼ਿਮੀਂਦਾਰ ਆ, ਅਸੀਂ ਨਹੀਂ ਲਾਉਣਾ। ਇਹ ਵੀ ਸਿਸਟਮ ਨੂੰ ਤੁਸੀਂ ਲੱਗਦਾ ਵੀ ਇਹ ਵੀ ਮਾੜਾ ਸਿਸਟਮ ਪੰਜਾਬ ਦੇ ਵਿੱਚ ਹੈ? ਨਹੀਂ, ਇਹ ਪੰਜਾਬੀਆਂ ਦੀ ਸੋਚ ਹੈ। ਮੈਂ ਸਮਝਦਾ ਕਿ ਉਹਨਾਂ ਦੇ ਖੂਨ ਦੇ ਵਿੱਚ ਹੈ ਕਿ ਇਹ ਚੀਜ਼ ਮੇਰੀ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਇਹ ਕੋਈ ਬੁਰੀ ਗੱਲ ਨਹੀਂ ਕਿ ਉਹ ਜਿਹੜਾ ਵਾ ਆਪਣਾ ਵਿਕਾਸ ਚਾਹੁੰਦੇ ਨੇ। ਜਿਵੇਂ ਜਿਵੇਂ ਆਪਾਂ ਵਧੀਆ ਕੋਈ ਪੈਂਟ ਸ਼ਰਟ ਪਾਉਨੇ, ਇਸੇ ਤਰ੍ਹਾਂ ਉਹ ਚਾਹੁੰਦੇ ਨੇ ਕਿ ਮੇਰੇ ਕੋਲ ਵਧੀਆ ਟਰੈਕਟਰ ਹੋਣਾ ਚਾਹੀਦਾ, ਕਿਉਂਕਿ ਜਿੱਦਾਂ ਸ਼ਹਿਰਾਂ ਦੇ ਲੋਕ ਵਧੀਆ ਕਾਰਾਂ 'ਚ ਜਿਹੜੇ ਉਹ ਚੱਲਣਾ ਜਾਣ ਚੰਗਾ ਲੱਗਦਾ ਉਹਨਾਂ ਨੂੰ, ਇਸ ਤਰ੍ਹਾਂ ਇਹ ਟਰੈਕਟਰ ਜਿਹੜੇ ਸਾਡੇ ਪਿੰਡਾਂ ਦੇ ਲੋਕਾਂ ਦੀ ਸ਼ਾਨ ਹੈ। ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ, ਪਰੰਤੂ ਇਹਨਾਂ ਦੀ ਜਿਹੜੀ ਵਰਤੋਂ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਹੋਣੀ ਚਾਹੀਦੀ ਕਿ ਇਹ ਸਾਡੇ ਤੇ ਇੱਕ ਭਾਰ ਨਹੀਂ ਹੋਣੇ ਚਾਹੀਦੇ। ਜਿਸ ਤਰ੍ਹਾਂ ਕਿ ਮਸ਼ੀਨਾਂ ਵਾ, ਸਰਕਾਰ ਨੇ ਜਿਹੜੀਆਂ ਇਹ ਸਬਸਿਡੀ ਤੇ ਬਹੁਤ ਸਾਰੀਆਂ ਮਸ਼ੀਨਾਂ, ਘੱਟੋ ਘੱਟ 1.25 ਲੱਖ ਮਸ਼ੀਨਾਂ ਜਿਹੜੀਆਂ ਵਾ ਪਰਾਲੀ ਦੇ ਪ੍ਰਬੰਧਨ ਵਾਸਤੇ ਦਿੱਤੀਆਂ ਨੇ, ਤੇ ਜੇ ਇਹ ਮਸ਼ੀਨਾਂ ਸਿਰਫ ਸਾਡੇ ਘਰ ਦੀ ਜਿਹੜੀ ਖੇਤੀ ਹੀ ਕਰਨੀ ਇਹਨਾਂ ਨੇ ਤੇ ਫਿਰ ਉਹ ਠੀਕ ਨਹੀਂ। ਇਹਨਾਂ ਮਸ਼ੀਨਾਂ ਦੀ ਆਪਾਂ ਨੂੰ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਜੇ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਿਸਾਨ ਹੈ, ਛੋਟਾ ਕਿਸਾਨ ਆ ਜਾਂ ਲੋੜਵੰਦ ਆ, ਇਹ ਸਾਨੂੰ ਉੱਥੋਂ ਤੱਕ ਵੀ ਜਿਹੜੀ ਆ ਪਹੁੰਚ ਇਹਦੀ ਮਸ਼ੀਨਾਂ ਦੀ ਕਰਾਉਣੀ ਚਾਹੀਦੀ ਆ। ਕਿਰਾਏ ਤੇ ਜਿਹੜਾ ਵਾ ਇਸ ਵੇਲੇ ਸਾਡਾ ਯੂਥ ਜਿਹੜਾ ਵਾ ਉਹ ਬਹੁਤ ਸਾਰੇ ਜਿਹੜੇ ਸਾਡੇ ਯੂਥ ਆ ਉਹ ਕਿਰਾਏ ਤੇ ਇਹਦੀ ਸਹੂਲਤ ਦੇ ਰਹੇ ਨੇ। ਸੋ ਇਸ ਤਰ੍ਹਾਂ ਦੇ ਜਿਹੜੇ ਮਸ਼ੀਨਰੀ ਬੈਂਕ ਉਹਨੂੰ ਅਸੀਂ ਕਹਿੰਦੇ ਆ, ਮਸ਼ੀਨਰੀ ਸੇਵਾ ਕੇਂਦਰ ਅਸੀਂ ਕਹਿੰਦੇ, ਉਹ ਮਸ਼ੀਨਰੀ ਸੇਵਾ ਕੇਂਦਰ ਬਿਲਕੁਲ ਇਹਨਾਂ ਸੁਸਾਇਟੀਆਂ ਦੇ ਵਾਂਗ ਹੀ ਕੰਮ ਕਰ ਰਹੇ ਨੇ ਔਰ ਬੜੀ ਵਧੀਆ ਸੇਵਾ ਕਰ ਰਹੇ ਨੇ। ਪਰ ਮੈਨੂੰ ਲੱਗਦਾ ਵੀ ਜਦੋਂ ਇਦਾਂ ਦੀਆਂ ਸੁਸਾਇਟੀਆਂ ਹੁੰਦੀਆਂ ਨੇ, ਠੀਕ ਹੈ, ਕੁਝ ਨੌਜਵਾਨ ਪ੍ਰਾਈਵੇਟ ਵੀ ਆਪਣਾ ਪਰਸਨਲ ਵੀ ਰੱਖ ਲਏ ਆ, ਪਰ ਉਹ ਫਿਰ ਥੋੜਾ ਜਿਹਾ ਮਹਿੰਗਾ ਰੱਖਦੇ ਨੇ। ਜਿਵੇਂ ਇਦਾਂ ਦੀਆਂ ਪ੍ਰਾਈਵੇਟ ਹੈਗੀਆਂ ਨੇ ਸੰਸਥਾਵਾਂ, ਉਹ ਥੋੜਾ ਜਿਵੇਂ ਸਸਤੇ ਰੇਟ ਤੇ ਵੀ ਸੰਦ ਨੂੰ ਦਿੰਦੇ ਨੇ। ਬਿਲਕੁਲ, ਇਹ ਉਹਨਾਂ ਕਿਸਾਨਾਂ ਦਾ ਬਿਜ਼ਨਸ ਹੈ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੀ ਕਿਸਾਨੀ ਉਹ ਬਿਜ਼ਨਸ ਦੇ ਤੌਰ ਤੇ ਆਪਣੀ ਖੇਤੀ ਕਰੇ, ਤਾਂ ਫਿਰ ਉਹ ਰੇਟ ਰੱਖਣਾ ਜਿਹੜਾ ਉਹ ਠੀਕ ਹੈ, ਇੱਕ ਸੁਭਾਵਿਕ ਗੱਲ ਹੈ। ਪਰੰਤੂ ਕਿਉਂਕਿ ਸਹਿਕਾਰੀ ਸੁਭਾਵਾਂ ਵਾ, ਇਹ ਸਾਡੇ ਸਾਰੇ ਪਿੰਡ ਦੇ ਸਮੁੱਚੇ ਲੋਕਾਂ ਦੇ ਬਾਰੇ ਸੋਚਦੇ ਨੇ, ਇਸ ਕਰਕੇ ਇਹਨਾਂ ਦਾ ਜਿਹੜਾ ਕਿਰਾਇਆ ਵਾ ਬਹੁਤ ਸਸਤਾ ਕਿਰਾਇਆ ਹੁੰਦਾ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਜਿਹੜੀਆਂ ਮਸ਼ੀਨਾਂ ਦੀ ਲੋੜ ਹੈ, ਨਵੀਆਂ ਮਸ਼ੀਨਾਂ ਦੀ, ਉਹ ਸੁਸਾਇਟੀ ਦੇ ਵਿੱਚ ਜਿਹੜੀਆਂ ਆਉਣ ਤੇ ਉੱਥੋਂ ਸਸਤੇ ਕਿਰਾਏ ਤੇ ਲੋਕਾਂ ਨੂੰ ਮਿਲਣ ਤੇ ਵਿਦ ਟਰੈਕਟਰ ਤੇ ਵਿਦ ਡਰਾਈਵਰ ਮਿਲਣ, ਤੇ ਉਹ ਜਿਹੜੇ ਛੋਟੇ ਜਿਹੜਾ ਕਿਸਾਨ ਆ ਉਹਨੂੰ ਇਹਦੇ ਬਾਰੇ ਸੋਚਣਾ ਨਾ ਪਵੇ ਕੱਲੀ ਵੀ ਜੇ ਮਸ਼ੀਨ ਮਿਲਦੀ ਆ ਤੇ ਜੇ ਉਹ ਟਰੈਕਟਰ ਕਿੱਥੋਂ ਲਊਗਾ, ਫਿਰ ਉਹਦੇ ਵਾਸਤੇ ਇੱਕ ਬੜੀ ਵੱਡੀ ਸਮੱਸਿਆ ਵਾ। ਹੋ ਸਕਦਾ ਉਹਨੂੰ ਜੇ ਡਰਾਈਵਰ ਵੀ ਨਾ ਵਧੀਆ ਮਿਲੇ ਤਾਂ ਫਿਰ ਉਹ ਮਸ਼ੀਨ ਦਾ ਕੋਈ ਫਾਇਦਾ ਨਹੀਂ, ਉਹ ਮਸ਼ੀਨ ਉਹਦਾ ਨੁਕਸਾਨ ਹੀ ਕਰੂਗੀ। ਸੋ ਜਿਹੜਾ ਇਹ ਪੈਕੇਜ ਦੇ ਰਹੇ ਆ, ਵਧੀਆ ਟਰੈਕਟਰ ਜਿਹੜਾ ਤੇ ਵਧੀਆ ਡਰਾਈਵਰ ਤੇ ਵਧੀਆ ਮਸ਼ੀਨ ਜਿਹੜੀ ਆ, ਇਹਦੇ ਨਾਲ ਉਹ ਕਿਸਾਨ, ਛੋਟੇ ਕਿਸਾਨ ਦਾ ਬਹੁਤ ਹੀ ਵਧੀਆ ਸੌਖੇ ਤਰੀਕੇ ਦੇ ਨਾਲ ਉਹਦੀ ਚਿੰਤਾ ਜਿਹੜੀ ਉਹ ਖਤਮ ਹੋ ਜਾਂਦੀ ਹੈ। ਠੀਕ ਹੈ। ਤੇ ਗੁਲਾਟੀ ਸਾਹਿਬ ਨੇ ਸਾਡੇ ਨਾਲ ਖੇਤੀਬਾੜੀ ਆਫੀਸਰ ਨੇ। ਡਾਕਟਰ ਸਾਹਿਬ, ਅਖੀਰ ਦੇ ਵਿੱਚ ਮੈਂ ਸਮਝਣਾ ਚਾਹੁੰਦਾ ਕਿ ਜਿਵੇਂ ਸੁਸਾਇਟੀਆਂ ਨੇ, ਸੁਸਾਇਟੀ ਨੇ ਜੇਕਰ ਕੋਈ ਸੰਦ ਲੈਣਾ, ਕਿੰਨੀ ਸਬਸਿਡੀ ਮਿਲਦੀ ਆ, ਕਿੰਨਾ ਇਹਨਾਂ ਨੂੰ ਡਿਸਕਾਊਂਟ ਮਿਲਦਾ, ਜਾਂ ਕਿਵੇਂ ਕਿਵੇਂ ਇਹ ਸੰਦ ਜਾਂ ਸੁਸਾਇਟੀ ਨੂੰ ਕਾਮਯਾਬ ਕਰ ਸਕਦੇ, ਥੋੜੀ ਡਿਟੇਲ ਦੇ ਵਿੱਚ ਤਫਸੀਲ ਕਰ। ਬਿਲਕੁਲ ਜੀ, ਜਿਸ ਤਰ੍ਹਾਂ ਪਹਿਲਾਂ ਵੀ ਗੱਲ ਚੱਲੀ ਹੈ ਕਿ ਸਹਿਕਾਰੀ ਸਭਾਵਾਂ ਦਾ ਬੜਾ ਵੱਡਾ ਰੋਲ ਹੈ ਔਰ ਸਰਕਾਰ ਇਸੇ ਮਨਸ਼ਾ ਨਾਲ, ਕਿਉਂਕਿ ਸਾਡੇ ਜੇ ਸੂਬੇ ਦੀ ਗੱਲ ਕਰੀਏ ਤੇ ਛੋਟੇ ਤੇ ਸੀਮਾਂਤ ਕਿਸਾਨ ਦੀ ਬਹੁਤ ਆਤ ਹੈ ਤੇ ਛੋਟੇ ਤੇ ਸੀਮਾਂਤ ਕਿਸਾਨ ਵਾਸਤੇ ਮਸ਼ੀਨਾਂ ਲੈਣੀਆਂ ਬੜੀਆਂ ਔਖੀਆਂ। ਇਸੇ ਕਰਕੇ ਸਰਕਾਰ ਨੇ ਪਾਲਿਸੀ ਬਣਾਈ ਸੀ ਕਿ ਜਿਹੜੀਆਂ ਸਹਿਕਾਰੀ ਸਭਾਵਾਂ ਨੇ ਉਹਨਾਂ ਨੂੰ 80% ਸਬਸਿਡੀ ਤੇ ਮਸ਼ੀਨਾਂ ਦਿੱਤੀਆਂ ਜਾਣ ਔਰ ਪਹਿਲ ਦੇ ਆਧਾਰ ਤੇ ਜਾਣ। ਔਰ ਜੇ ਜਲੰਧਰ ਦੀ ਗੱਲ ਕਰੀਏ, ਸਾਡੇ ਜ਼ਿਲ੍ਹੇ 'ਚ ਇਸ ਵਕਤ 49 ਸੁਸਾਇਟੀਆਂ ਨੇ ਜਿਨ੍ਹਾਂ ਕੋਲ ਮਸ਼ੀਨਰੀ ਸੇਵਾ ਸੈਂਟਰ ਹੈਗੇ ਨੇ। ਓਵਰਆਲ ਸਾਡੇ ਕੋਲ 1200 ਮਸ਼ੀਨਰੀ ਸੇਵਾ ਸੈਂਟਰ ਹੈਗੇ ਨੇ, ਪ੍ਰਾਈਵੇਟ ਵੀ ਹੈਗੇ ਨੇ, ਪੰਚਾਇਤਾਂ ਕੋਲ ਵੀ ਹੈਗੇ ਨੇ 40 ਦੇ ਕਰੀਬ, ਤੇ ਸੁਸਾਇਟੀਆਂ ਕੋਲ ਵੀ ਹੈਗੇ ਨੇ। ਸੋ ਕਹਿਣ ਤੋਂ ਭਾਵ ਹੈ ਕਿ ਅੱਜ ਜੇ ਕੋਈ ਸੁਸਾਇਟੀ
ਦੇਖੋ ਸਮੇਂ-ਸਮੇਂ ਸਿਰ ਐਪਲੀਕੇਸ਼ਨਾਂ ਸਰਕਾਰ ਮੰਗਦੀ ਰਹਿੰਦੀ ਹੈ ਔਰ ਸਹਿਕਾਰੀ ਸਭਾਵਾਂ ਨੂੰ ਪਹਿਲ ਦੇ ਆਧਾਰ ਤੇ ਚਾਹੇ ਉਹ ਕਿਸਾਨਾਂ ਦੇ ਗਰੁੱਪ ਨੇ ਚਾਹੇ ਪੰਚਾਇਤਾਂ ਨੇ ਉਹਨਾਂ ਨੂੰ ਮਸ਼ੀਨਾਂ ਮਿਲ ਸਕਦੀਆਂ। ਸੋ ਜਿੱਥੇ ਵੀ ਇਹ ਮਸ਼ੀਨਰੀ ਸੇਵਾ ਸੈਂਟਰ ਬਣੇ ਹੈ, ਮੇਰੀ ਤੁਹਾਡੇ ਰਾਹੀਂ ਇਹ ਬਿਲਕੁਲ ਅਪੀਲ ਕਿਸਾਨਾਂ ਨੂੰ ਹੈਗੀ ਹੈ, ਖਾਸ ਤੌਰ ਤੇ ਛੋਟੇ ਤੇ ਸੀਮਾਂਤ ਕਿਸਾਨ, ਬਿਲਕੁਲ ਤੁਸੀਂ ਇਸ ਪੱਖੋਂ ਇਹ ਸੋਚ ਰੱਖੋ ਕਿ ਆਪਾਂ ਨੂੰ ਨਹੀਂ ਲੋੜ ਇੰਨੀਆਂ ਮਹਿੰਗੀਆਂ ਮਸ਼ੀਨਾਂ ਲੈਣ ਦੀ ਔਰ ਪਰਾਲ ਨੂੰ ਸਾਂਭਣਾ ਹੁਣ ਬੜਾ ਸੌਖਾ ਹੈ। ਕੋਈ ਵੇਲਾ ਸੀ ਸਾਡੇ ਕੋਲ ਮਸ਼ੀਨ ਕੋਈ ਨਹੀਂ ਸੀਗੀ, ਸਾਡੇ ਕੋਲ ਕੋਈ ਸਾਧਨ ਨਹੀਂ ਸੀ, ਹੁਣ ਤੇ ਸੁੱਖ ਨਾਲ ਸਾਧਨ ਵੀ ਬੜੇ ਆ ਔਰ ਇਹਨਾਂ ਸਾਧਨਾਂ ਦੀ ਵਰਤੋਂ ਕਰਦੇ ਹੋਏ ਘੱਟ ਖਰਚੇ ਦੇ ਨਾਲ ਅਸੀਂ ਪਰਾਲੀ ਨੂੰ ਸਾਂਭ ਸਕਦੇ ਔਰ ਇਹਨਾਂ ਸਹਿਕਾਰੀ ਸਭਾਵਾਂ ਜਿਸ ਤਰ੍ਹਾਂ ਆਪਾਂ ਨੂਸੀ ਪਿੰਡ ਆਏ ਆ, ਇਸ ਸਹਿਕਾਰੀ ਸਭਾ ਨੇ ਬੜੀ ਵਧੀਆ ਉਪਰਾਲਾ ਕੀਤਾ ਹੈ ਔਰ ਟਰੈਕਟਰ ਵੀ ਹੈ, ਨਾਲ ਡਰਾਈਵਰ ਵੀ ਮੁਹੱਈਆ ਕਰਦੇ ਨੇ ਔਰ ਬੜੇ ਘੱਟ ਰੇਟਾਂ ਤੇ ਛੋਟੇ ਦੇ ਸਮਾਜ ਕਿਸਾਨਾਂ ਦੀ ਸੇਵਾਵਾਂ ਨਿਭਾ ਰਹੇ ਨੇ। ਸੋ ਮੈਂ ਕਹਿੰਦਾ ਇਹੋ ਜਿਹੀਆਂ ਸਭਾਵਾਂ ਨੂੰ ਅੱਗੇ ਵਧਣਾ ਚਾਹੀਦਾ ਔਰ ਪਿੰਡਾਂ 'ਚ ਅੱਗੇ ਵੱਧ ਕੇ ਆਪਾਂ ਜੇ ਸਰਕਾਰ ਦੀ ਇਹ ਸਹੂਲਤ ਦਾ ਫਾਇਦਾ ਉਠਾਈਏ ਤੇ ਚੰਗੀ ਗੱਲ ਹੈ। ਬਿਲਕੁਲ, ਇਹ ਛੋਟੇ ਕਿਸਾਨਾਂ ਦੇ ਲਈ ਬਹੁਤ ਲਾਹੇਵੰਦ ਇਹ ਜਿਹੜੀਆਂ ਸਕੀਮਾਂ ਕਹਿ ਲਓ, ਕਿਉਂਕਿ ਉਪਰਾਲਾ ਇਹਨਾਂ 4 ਪਿੰਡਾਂ ਦੇ ਵੱਲੋਂ ਕੀਤਾ ਗਿਆ, ਉਹਨਾਂ ਦੇ ਮੈਂਬਰ ਨੇ ਇਹਨਾਂ 4 ਪਿੰਡਾਂ ਦੇ ਸੁਸਾਇਟੀਆਂ ਦੇ। ਇੱਕ ਹੋਰ ਚੀਜ਼ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਜਿਵੇਂ ਇਹਨਾਂ ਨੇ ਰੇਟ ਲਿਖ ਕੇ ਲਾਏ ਹੋਏ ਆ ਕਿ ਜਿਹੜੇ ਇਹ 4 ਪਿੰਡਾਂ ਦੀਆਂ ਸੁਸਾਇਟੀਆਂ ਹੈਗੀਆਂ ਨੇ ਉਹਨਾਂ ਦੇ ਰੇਟ ਇੱਥੇ ਬਿਲਕੁਲ ਫਿਕਸ ਲੱਗੇ ਹੋਏ ਆ ਕਿ ਜੇ ਰੋਟਾਵੀਟਰ ਦਾ ਤੁਸੀਂ ਲੈ ਕੇ ਜਾਣਾ 1 ਘੰਟੇ ਦਾ 1350 ਰੁਪਏ ਕਿਰਾਇਆ ਹੈਗਾ, ਮਲਚਰ ਲੈ ਕੇ ਜਾਣਾ ਤਾਂ ਉਹਦਾ 1200 ਰੁਪਇਆ ਹੈ, ਸੁਪਰ ਸੀਡਰ ਦਾ 1800 ਰੁਪਇਆ ਹੈ ਤੇ ਪਲਾਓ 1400 ਰੁਪਈਆ ਤੇ ਲੇਜ਼ਰ ਲੈਵਲ ਦੇ ਲਈ ਜਿਹੜਾ ਤੁਹਾਨੂੰ 1000 ਰੁਪਈਆ 1 ਘੰਟੇ ਦਾ ਦੇਣਾ ਪਊਗਾ। ਉਹਦੇ ਵਿੱਚ ਮਸ਼ੀਨ, ਟਰੈਕਟਰ ਅਤੇ ਡਰਾਈਵਰ ਤੁਹਾਨੂੰ ਇੱਥੇ ਹੀ ਮੁਹੱਈਆ ਕਰਵਾਏ ਜਾਣਗੇ। ਤਾਂ ਜੇਕਰ ਅਜਿਹੀ ਸਹੂਲਤ ਅਸੀਂ ਪੰਜਾਬ ਦੇ ਹਰ ਇੱਕ ਪਿੰਡ ਨੂੰ ਦੇਣ ਲੱਗ ਪਏ ਤਾਂ ਫਿਰ ਛੋਟਾ ਕਿਸਾਨ ਜਿੱਦਾਂ ਦੀਆਂ ਖਬਰਾਂ ਆਉਂਦੀਆਂ ਨੇ ਕਿ ਕਰਜ਼ੇ ਦੇ ਹੇਠ ਦੱਬ ਕੇ ਉਸਨੇ ਖੁਦਕੁਸ਼ੀ ਕਰ ਲਈ, ਤਾਂ ਉਹਨਾਂ ਖਬਰਾਂ ਦੇ ਉੱਪਰ ਲਗਾਮ ਲੱਗ ਸਕਦੀ ਹੈ। ਤਾਂ ਛੋਟੇ ਕਿਸਾਨਾਂ ਨੂੰ ਸਾਡੀ ਵੀ ਅਪੀਲ ਹੈ ਕਿ ਔਖੇ ਹੋ ਕੇ ਸੰਦ ਲੈਣ ਦੀ ਜ਼ਰੂਰਤ ਨਹੀਂ ਹੈ। ਕੋਸ਼ਿਸ਼ ਇਹ ਕਰੋ ਕਿ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਵੀ ਸਭਾਵਾਂ ਬਣਾਓ, ਸੁਸਾਇਟੀਆਂ ਬਣਾਓ, ਏਕਾ ਕਰੋ ਅਤੇ ਆਪ ਦੀ ਖੇਤੀਬਾੜੀ ਨੂੰ ਉੱਪਰ ਚੱਕਣ ਦੇ ਲਈ ਹੀਲਾ ਕੀਤਾ ਜਾਵੇ। ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।